हेलो एवरीवन। मैं कुछ अपने व्यूज शेयर करना चाहूंगी अबाउट ऑनगोइंग एग्रीकल्चर बिल्स उत्ते जो एजुटेशन चल रहा है इंडिया ਦੇ ਵਿੱਚ। मैं कोई गल नहीं करनी फार्म बिल्स ਦੇ ਉੱਤੇ, ना मैं कोई दसना भी ਇਹਦੇ ਪਿੱਛੇ ਮੁਕੇਸ਼ ਅੰਬਾਨੀ ਹੈ ਗੌਤਮ ਅਦਾਨੀ ਹੈ, ਕਿਉਂਕਿ ਸਾਰਿਆਂ ਨੂੰ ਪਤਾ। ਆਪਾਂ ਗੱਲ ਕਰਨੀ ਹੈ ਮੇਨ ਗੱਲ ਇਹ ਹੈਗੀ ਹੈ ਵੀ ਜਿਵੇਂ ਨਰਿੰਦਰ ਮੋਦੀ ਦੀ ਸਰਕਾਰ ਮੁਕੇਸ਼ ਅੰਬਾਨੀ ਉੱਤੇ ਡਿਪੈਂਡੈਂਟ ਹੈ, ਇਸ ਤਰ੍ਹਾਂ ਮੁਕੇਸ਼ ਅੰਬਾਨੀ ਵੀ ਕਿਸੇ ਉੱਤੇ ਡਿਪੈਂਡੈਂਟ ਹੈ। ਕਿਹਦੇ ਉੱਤੇ ਡਿਪੈਂਡੈਂਟ ਹੈ? ਜਿਹੜੀ ਰਿਲਾਇੰਸ ਹੈ ਨਾ, ਉਹ ਇੰਡੀਆ ਦੀ ਸਭ ਤੋਂ ਵੱਡੀ ਇੰਡਸਟਰੀ ਹੈ। $160 ਬਿਲੀਅਨ ਦੇ ਉਹਨਾਂ ਦੇ ਨੈਟ ਐਸੈਟਸ ਹੈ। ਠੀਕ ਹੈ, ਉਹਨਾਂ ਦਾ ਜੋ ਮੇਨ ਕੰਮ ਹੈਗਾ ਉਹ ਹੈਗਾ ਪੈਟਰੋਕੈਮੀਕਲ ਇੰਡਸਟਰੀ ਬੇਸਡ, ਆਇਲ ਬੇਸਡ। ਪੈਟਰੋਲ ਪੰਪ ਵਗੈਰਾ ਉਹਨਾਂ ਦੇ ਚੱਲਦੇ ਆ। ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦਾ ਆਇਲ ਬੇਸਡ ਰੈਵਨਿਊ ਘਟਦਾ ਜਾ ਰਿਹਾ। ਔਰ ਜੇ ਤੁਸੀਂ ਨਿਊਜ਼ ਵਗੈਰਾ ਸੁਣਦੇ ਹੋ ਤਾਂ ਤੁਹਾਨੂੰ ਪਤਾ ਹੋਗਾ ਵੀ ਸਾਰੀ ਦੁਨੀਆ ਦਾ ਜਿਹੜਾ ਫੋਕਸ ਹੈਗਾ ਇਸ ਵੇਲੇ ਉਹ ਹੈਗਾ ਗ੍ਰੀਨ ਐਨਰਜੀ ਵੱਲ। ਸਾਰੇ ਕਹਿੰਦੇ ਵੀ ਜਿਹੜੀ ਆਪਾਂ ਆਇਲ ਬੇਸਡ ਇੰਡਸਟਰੀ ਉਹਨੂੰ ਖਤਮ ਕਰਨਾ, ਕਿਉਂਕਿ ਜਦੋਂ ਆਪਾਂ ਤੇਲ ਬਾਲਦੇ ਆ, ਤੇਲ ਮੱਚਦਾ ਹੈ ਤਾਂ ਧਰਤੀ ਗਰਮ ਹੁੰਦੀ ਜਾਂਦੀ ਹੈ ਤੇ ਉਹਦੇ ਨਾਲ ਆਪਣੀ ਧਰਤੀ ਤਾਪਮਾਨ ਵੱਧਦਾ ਜਾਂਦਾ, ਗਲੋਬਲ ਵਾਰਮਿੰਗ ਹੁੰਦੀ ਹੈ, ਪ੍ਰਦੂਸ਼ਣ ਨਾਲ ਤਾਪਮਾਨ ਵੱਧਦਾ ਹੈ। ਇਸ ਲਈ ਸਾਰੇ ਦੇਸ਼ਾਂ ਨੇ ਫੋਕਸ ਕੀਤਾ ਹੋਇਆ ਵੀ ਆਪਾਂ ਆਇਲ ਬੇਸਡ ਇੰਡਸਟਰੀ ਖਤਮ ਕਰਨੀ ਹੈ। ਇਸੇ ਸੰਦਰਭ ਦੇ ਵਿੱਚ ਪੈਰਿਸ ਵਿੱਚ 196 ਦੇਸ਼ਾਂ ਨੇ ਮਿਲ ਕੇ ਇੱਕ ਐਗਰੀਮੈਂਟ ਸਾਈਨ ਕੀਤਾ ਕਿ ਆਪਾਂ ਅਗਲੇ 20 ਤੋਂ 30 ਸਾਲ ਦੇ ਵਿੱਚ ਆਇਲ ਬੇਸਡ ਇੰਡਸਟਰੀ ਖਤਮ ਕਰਨੀ ਹੈ। ਹੁਣ ਜੇ ਆਇਲ ਬੇਸਡ ਇੰਡਸਟਰੀ ਖਤਮ ਹੁੰਦੀ ਹੈ ਤਾਂ ਰਿਲਾਇੰਸ ਕੋਲ ਕੁਝ ਬਚਦਾ ਨਹੀਂ ਅੱਜ ਤੋਂ 20 ਸਾਲ ਬਾਅਦ। ਠੀਕ ਹੈ, ਇਹਨਾਂ ਨੇ ਕੀ ਕੀਤਾ? ਉਹਦਾ ਇੰਤਜ਼ਾਮ ਪਹਿਲਾਂ ਹੀ ਕੀਤਾ। ਪਹਿਲਾਂ ਇਹਨਾਂ ਨੇ ਰਿਲਾਇੰਸ ਜੀਓ ਲਾਂਚ ਕੀਤਾ। ਉਹਦਾ ਲਾਇਸੈਂਸ ਇਹਨਾਂ ਨੇ ਕਿੱਦਾਂ ਧਾਂਦਲੀ ਦੇ ਨਾਲ ਲਿਆ? ਉਹ ਪ੍ਰਸ਼ਾਂਤ ਭੂਸ਼ਣ ਜੀ ਜਿਹੜੇ ਸੁਪਰੀਮ ਕੋਰਟ ਦੇ ਲਾਇਰ ਹੈ, ਉਹ ਜੇ ਤੁਸੀਂ ਉਹਨਾਂ ਦੀਆਂ ਇੰਟਰਵਿਊਜ਼ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਪੂਰੇ ਇੰਡੀਆ ਦਾ ਪੈਨ ਇੰਡੀਆ 4G ਸਪੈਕਟਰਮ ਦਾ ਲਾਇਸੈਂਸ ਕੱਲੇ ਰਿਲਾਇੰਸ ਕੋਲ ਹੈ। ਵਾਇਸ ਟੈਲੀਫੋਨੀ ਤੇ 4G ਸਪੈਕਟਰਮ ਦਾ ਲਾਇਸੈਂਸ ਰਿਲਾਇੰਸ ਨੂੰ $280 ਮਿਲੀਅਨ ਚ ਦਿੱਤਾ ਗਿਆ। ਉਹਦੇ ਨਾਲ ਇੰਡੀਆ ਨੂੰ $3.8 ਬਿਲੀਅਨ ਦਾ ਨੁਕਸਾਨ ਹੋਇਆ। ਇਹ ਤੁਸੀਂ ਪ੍ਰਸ਼ਾਂਤ ਭੂਸ਼ਣ ਜੀ ਦੇ ਇੰਟਰਵਿਊ 'ਚ ਡਿਟੇਲ 'ਚ ਜਾ ਕੇ ਦੇਖ ਸਕਦੇ ਹੋ। ਰਿਲਾਇੰਸ ਜੀਓ ਤੋਂ ਬਾਅਦ ਵਿੱਚ ਇਹਨਾਂ ਨੇ 2019 ਦੇ ਵਿੱਚ ਰਿਲਾਇੰਸ ਜੀਓ ਪਲੇਟਫਾਰਮ ਲਾਂਚ ਕੀਤਾ। ਰਿਲਾਇੰਸ ਜੀਓ ਪਲੇਟਫਾਰਮ ਦੇ ਵਿੱਚ ਬਹੁਤ ਸਾਰੀਆਂ ਇਹਨਾਂ ਦੀਆਂ ਕੰਪਨੀਆਂ ਹੈ। ਦੋ ਮੇਨ ਕੰਪਨੀ ਜਿਹਨਾਂ ਉੱਤੇ ਡਿਪੈਂਡੈਂਟ ਹੈ ਉਹ ਹੈਗਾ ਰਿਲਾਇੰਸ ਜੀਓ ਇਨਫੋਕਾਮ, ਜਿਹੜਾ ਤੁਹਾਡਾ ਫੋਨ, ਇੰਟਰਨੈਟ, ਡਿਜੀਟਲ ਕਮਿਊਨੀਕੇਸ਼ਨ ਜੋ ਵੀ, ਔਰ ਦੂਜਾ ਹੈ ਰਿਲਾਇੰਸ ਰੀਟੇਲ। ਰਿਲਾਇੰਸ ਰੀਟੇਲ ਨੂੰ ਚਲਾਉਣ ਵਾਸਤੇ ਇਹਨਾਂ ਨੂੰ ਗਰੋਸਰੀ ਚਲਾਉਣੀ ਪਊਗੀ। ਠੀਕ ਹੈ, ਜਿਹੜਾ ਆਪਾਂ ਕਹਿੰਦੇ ਆ ਨਾ ਵੀ ਬਾਹਰਲਿਆਂ ਨੇ ਰਿਲਾਇੰਸ 'ਚ ਬਹੁਤ ਪੈਸੇ ਪਾਤੇ, ਬਾਹਰਲਿਆਂ ਨੇ ਰਿਲਾਇੰਸ 'ਚ ਬਹੁਤ ਪੈਸੇ ਪਾਏ, ਆਇਲ ਵਿੱਚ ਕਿਸੇ ਨੇ ਨਹੀਂ ਪਾਏ। ਆਇਲ ਇਜ਼ ਅ ਡੈਡ ਇੰਡਸਟਰੀ 20 ਤੋਂ 30 ਸਾਲ ਬਾਅਦ। ਬਾਹਰਲਿਆਂ ਨੇ ਜਿਹੜੇ ਪੈਸੇ ਪਾਏ ਆ ਉਹ ਪਾਏ ਆ ਰਿਲਾਇੰਸ ਜੀਓ ਪਲੇਟਫਾਰਮ 'ਚ। 33% ਸਟੇਕ ਰਿਲਾਇੰਸ ਜੀਓ ਪਲੇਟਫਾਰਮ ਦਾ ਇਸ ਵੇਲੇ ਬਾਹਰਲਿਆਂ ਦੇ ਕੋਲ ਹੈ, ਲਗਭਗ $21 ਬਿਲੀਅਨ। ਤੇ ਰਿਲਾਇੰਸ ਜੀਓ ਪਲੇਟਫਾਰਮ ਦੇ ਅੰਦਰ ਆਉਂਦਾ ਰਿਲਾਇੰਸ ਤੁਹਾਡਾ ਫੋਨ ਜੀਓ। ਜੇ ਤੁਸੀਂ ਆਪਣੇ ਜੀਓ ਦੇ ਕਨੈਕਸ਼ਨ ਘਟਾਓਗੇ ਦੈਨ ਯੂ ਸ਼ੇਕ ਦ ਟਰੀ। ਫਿਰ ਇਹਨਾਂ ਬਾਹਰਲਿਆਂ ਨੂੰ ਵੀ ਪਤਾ ਲੱਗੂਗਾ ਵੀ ਜੀਓ ਡਿੱਗਣ ਲੱਗਾ ਜਾਂ ਜੀਓ ਦੇ ਸ਼ੇਅਰਸ ਡਿੱਗਣ ਲੱਗੇ ਆ। ਠੀਕ ਹੈ, ਇਹਨਾਂ ਨੇ ਆਪਣੀ ਰੀਟੇਲ ਇੰਡਸਟਰੀ ਦੇ ਨੂੰ ਚਲਾਉਣ ਵਾਸਤੇ, ਗਰੋਸਰੀ ਇੰਡਸਟਰੀ ਨੂੰ ਚਲਾਉਣ ਵਾਸਤੇ, ਪੂਰੇ ਇੰਡੀਆ ਦੀ ਜਿਹੜੀ ਜ਼ਮੀਨ, ਪੂਰੇ ਇੰਡੀਆ ਦੀ ਰੋਟੀ ਉੱਤੇ ਕਬਜ਼ਾ ਕਰਨ ਵਾਸਤੇ ਆ ਜਿਹੜੀ ਸਾਜ਼ਿਸ਼ ਰਚੀ ਹੈ ਨਾ ਫਾਰਮ ਬਿਲਸ ਦੇ ਥਰੂ। ਠੀਕ ਹੈ, ਇਹਦੇ ਨਾਲ ਪੂਰਾ ਇੰਡੀਆ ਇਫੈਕਟ ਹੋਊਗਾ 20 ਸਾਲ ਤੋਂ ਬਾਅਦ ਵਿੱਚ। ਇਹ ਗੱਲ ਕੱਲੇ ਕਿਸਾਨਾਂ ਦੀ ਨਹੀਂ ਹੈ। ਜੇ ਤੁਸੀਂ ਕਹੋ ਨਾ ਵੀ ਕਿਸਾਨ ਆ ਜਿਹੜੇ ਗੋਦੀ ਮੀਡੀਆ ਵਾਲੇ ਗੋਲਮੋਲ ਗੱਲ ਕਰਦੇ ਆ, ਬਿਲਕੁਲ ਗੋਲਮੋਲ ਗੱਲਾਂ ਕਰਦੇ ਆ। ਠੀਕ ਹੈ, ਪੂਰਾ ਇੰਡੀਆ ਇਫੈਕਟ ਹੋਊਗਾ। ਮਤਲਬ ਤੁਹਾਨੂੰ ਚੰਗਾ ਨਹੀਂ ਲੱਗੂਗਾ ਵੀ 20 ਸਾਲ ਤੋਂ ਬਾਅਦ ਸਾਰਾ ਹੀ ਇੰਡੀਆ ਰਿਲਾਇੰਸ ਤੇ ਡਿਪੈਂਡ ਹੋਵੇ ਆਪਣੀ ਰੋਟੀ ਵਾਸਤੇ। ਪਹਿਲਾਂ ਕਿਸਾਨਾਂ ਨੂੰ ਇੰਡੈਂਚਰਡ ਲੇਬਰ ਬਣਾਉਣਗੇ, ਫਿਰ ਕਰਿਆਨੇ ਵਾਲਿਆਂ ਤੇ ਆਉਣਗੇ, ਫਿਰ ਹੌਲੀ ਹੌਲੀ ਕਰਕੇ ਇੰਡੀਆ ਦਾ ਏਦਾਂ ਗਰੀਬ ਹੁੰਦਾ ਜਾਊਗਾ, ਇਕਨੋਮੀ ਡਿਕਲਾਈਨ ਹੁੰਦੀ ਜਾਊਗੀ। ਇਸ ਲਈ ਤੁਸੀਂ ਅੱਜ ਆਪਣੇ ਰਿਲਾਇੰਸ ਜੀਓ ਦੇ ਕਨੈਕਸ਼ਨ ਘਟਾਓ ਤਾਂ ਕਿ ਉਹਦੀ ਗੂੰਜ ਬਾਹਰਲੀ ਪੂਰੀ ਦੁਨੀਆ 'ਚ ਪਵੇ। ਜਿਹੜਾ 33% ਸਟੇਕ ਇਹਦਾ ਬਾਹਰਲੇ ਬੰਦਿਆਂ ਕੋਲ ਹੈਗਾ, ਉੱਥੇ ਤੱਕ ਇਹਦੀ ਗੂੰਜ ਪਵੇ। ਠੀਕ ਹੈ, ਇਹ ਗੱਲ ਹਿੰਦੂ ਦੀ, ਮੁਸਲਮਾਨ ਦੀ, ਸਿੱਖ ਦੀ ਜਾਂ ਕ੍ਰਿਸਚਨ ਦੀ ਨਹੀਂ ਹੈ। ਇਹ ਗੱਲ ਪੰਜਾਬੀਆਂ ਦੀ ਨਹੀਂ ਹੈ। ਇਹ ਗੱਲ ਤੁਹਾਡੀ ਸਾਰਿਆਂ ਦੀ ਹੈ, ਤੁਹਾਡੀ ਸਾਰਿਆਂ ਦੀ ਅਗਲੀ ਜਨਰੇਸ਼ਨ ਦੀ ਹੈ। ਮੈਨੂੰ ਸਭ ਸਮਝ ਵਿੱਚ ਆਉਂਦਾ, ਸਾਨੂੰ ਸਭ ਨੂੰ ਪਤਾ ਹੈ ਕੰਪੀਟੀਸ਼ਨ ਹੋਣਾ ਚਾਹੀਦਾ, ਕੈਪੀਟਲਿਜ਼ਮ ਹੋਣਾ ਚਾਹੀਦਾ, ਦੈਟ ਇਜ਼ ਫਾਈਨ। ਪਰ ਜਿਹੜਾ ਬਿਜ਼ਨਸ ਹੈ ਨਾ ਉਹਦੇ ਵਿੱਚ ਕੁਝ ਐਥਿਕਸ ਵੀ ਹੋਣੇ ਚਾਹੀਦੇ ਆ। ਤੁਸੀਂ ਬਿਜ਼ਨਸ ਵਿੱਚ ਇੱਕ ਪੂਰੇ ਦੇਸ਼ ਨੂੰ ਇੰਡੈਂਚਰਡ ਲੇਬਰ ਨਹੀਂ ਬਣਾ ਸਕਦੇ। ਤੁਸੀਂ ਬਿਜ਼ਨਸ 'ਚ ਪੂਰੇ ਦੇਸ਼ ਨੂੰ ਸਲੇਵ ਨਹੀਂ ਬਣਾ ਸਕਦੇ। ਠੀਕ ਹੈ, ਇਸ ਲਈ ਤੋਤੇ ਦੀ ਜਾਨ ਹੈ ਜਿਹੜੀ ਉਹ ਜੀਓ 'ਚ ਹੈ। ਆਪਣੇ ਜੀਓ ਦੇ ਕਨੈਕਸ਼ਨ ਘਟਾਓ, shake the tree. Thank you.
हेलो एवरीवन। मैं कुछ अपने व्यूज शेयर करना ਚਾਹੂੰਗੀ ਅਬਾਊਟ ਆਨਗੋਇੰਗ ਐਗਰੀਕਲਚਰ ਬਿਲਸ ਦੇ ਉੱਤੇ ਜੋ ਐਜੀਟੇਸ਼ਨ ਚੱਲ ਰਿਹਾ ਇੰਡੀਆ ਦੇ ਵਿੱਚ। ਮੈਂ ਕੋਈ ਗੱਲ ਨਹੀਂ ਕਰਨੀ ਫਾਰਮ ਬਿਲਸ ਦੇ ਉੱਤੇ, ਨਾ ਮੈਂ ਕੋਈ ਦੱਸਣਾ ਵੀ ਇਹਦੇ ਪਿੱਛੇ ਮੁਕੇਸ਼ ਅੰਬਾਨੀ ਜਾਂ ਗੌਤਮ ਅਦਾਨੀ ਹੈ, ਕਿਉਂਕਿ ਸਾਰਿਆਂ ਨੂੰ ਪਤਾ। ਆਪਾਂ ਗੱਲ ਕਰਨੀ ਆ ਮੇਨ ਗੱਲ ਇਹ ਹੈਗੀ ਹੈ ਵੀ ਜਿਵੇਂ ਨਰਿੰਦਰ ਮੋਦੀ ਦੀ ਸਰਕਾਰ ਮੁਕੇਸ਼ ਅੰਬਾਨੀ ਉੱਤੇ ਡਿਪੈਂਡੈਂਟ ਹੈ, ਇਸ ਤਰ੍ਹਾਂ ਮੁਕੇਸ਼ ਅੰਬਾਨੀ ਵੀ ਕਿਸੇ ਉੱਤੇ ਡਿਪੈਂਡੈਂਟ ਹੈ। ਕਿਹਦੇ ਉੱਤੇ ਡਿਪੈਂਡੈਂਟ ਹੈ? ਜਿਹੜੀ ਰਿਲਾਇੰਸ ਹੈ ਨਾ, ਉਹ ਇੰਡੀਆ ਦੀ ਸਭ ਤੋਂ ਵੱਡੀ ਇੰਡਸਟਰੀ ਹੈ। $160 ਬਿਲੀਅਨ ਦੇ ਉਹਨਾਂ ਦੇ ਨੈਟ ਐਸੈਟਸ ਹੈ। ਠੀਕ ਹੈ, ਉਹਨਾਂ ਦਾ ਜੋ ਮੇਨ ਕੰਮ ਹੈਗਾ ਉਹ ਹੈਗਾ ਪੈਟਰੋਕੈਮੀਕਲ ਇੰਡਸਟਰੀ ਬੇਸਡ, ਆਇਲ ਬੇਸਡ। ਪੈਟਰੋਲ ਪੰਪ ਵਗੈਰਾ ਉਹਨਾਂ ਦੇ ਚੱਲਦੇ ਆ। ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦਾ ਆਇਲ ਬੇਸਡ ਰੈਵਨਿਊ ਘਟਦਾ ਜਾ ਰਿਹਾ। ਔਰ ਜੇ ਤੁਸੀਂ ਨਿਊਜ਼ ਵਗੈਰਾ ਸੁਣਦੇ ਹੋ ਤਾਂ ਤੁਹਾਨੂੰ ਪਤਾ ਹੋਗਾ ਵੀ ਸਾਰੀ ਦੁਨੀਆ ਦਾ ਜਿਹੜਾ ਫੋਕਸ ਹੈਗਾ ਇਸ ਵੇਲੇ ਉਹ ਹੈਗਾ ਗ੍ਰੀਨ એનર્ਜੀ ਵੱਲ। ਸਾਰੇ ਕਹਿੰਦੇ ਵੀ ਜਿਹੜੀ ਆਪਾਂ ਆਇਲ ਬੇਸਡ ਇੰਡਸਟਰੀ ਉਹਨੂੰ ਖਤਮ ਕਰਨਾ, ਕਿਉਂਕਿ ਜਦੋਂ ਆਪਾਂ ਤੇਲ ਬਾਲਦੇ ਆ, ਤੇਲ ਮੱਚਦਾ ਹੈ ਤਾਂ ਧਰਤੀ ਗਰਮ ਹੁੰਦੀ ਜਾਂਦੀ ਹੈ ਤੇ ਉਹਦੇ ਨਾਲ ਆਪਣੀ ਧਰਤੀ ਤਾਪਮਾਨ ਵੱਧਦਾ ਜਾਂਦਾ, ਗਲੋਬਲ ਵਾਰਮਿੰਗ ਹੁੰਦੀ ਹੈ, ਪ੍ਰਦੂਸ਼ਣ ਨਾਲ ਤਾਪਮਾਨ ਵੱਧਦਾ ਹੈ। ਇਸ ਲਈ ਸਾਰੇ ਦੇਸ਼ਾਂ ਨੇ ਫੋਕਸ ਕੀਤਾ ਹੋਇਆ ਵੀ ਆਪਾਂ ਆਇਲ ਬੇਸਡ ਇੰਡਸਟਰੀ ਖਤਮ ਕਰਨੀ ਹੈ। ਇਸੇ ਸੰਦਰਭ ਦੇ ਵਿੱਚ ਪੈਰਿਸ ਵਿੱਚ 196 ਦੇਸ਼ਾਂ ਨੇ ਮਿਲ ਕੇ ਇੱਕ ਐਗਰੀਮੈਂਟ ਸਾਈਨ ਕੀਤਾ ਕਿ ਆਪਾਂ ਅਗਲੇ 20 ਤੋਂ 30 ਸਾਲ ਦੇ ਵਿੱਚ ਆਇਲ ਬੇਸਡ ਇੰਡਸਟਰੀ ਖਤਮ ਕਰਨੀ ਹੈ। ਹੁਣ ਜੇ ਆਇਲ ਬੇਸਡ ਇੰਡਸਟਰੀ ਖਤਮ ਹੁੰਦੀ ਹੈ ਤਾਂ ਰਿਲਾਇੰਸ ਕੋਲ ਕੁਝ ਬਚਦਾ ਨਹੀਂ ਅੱਜ ਤੋਂ 20 ਸਾਲ ਬਾਅਦ। ਠੀਕ ਹੈ, ਇਹਨਾਂ ਨੇ ਕੀ ਕੀਤਾ? ਉਹਦਾ ਇੰਤਜ਼ਾਮ ਪਹਿਲਾਂ ਹੀ ਕੀਤਾ। ਪਹਿਲਾਂ ਇਹਨਾਂ ਨੇ ਰਿਲਾਇੰਸ ਜੀਓ ਲਾਂਚ ਕੀਤਾ। ਉਹਦਾ ਲਾਇਸੈਂਸ ਇਹਨਾਂ ਨੇ ਕਿੱਦਾਂ ਧਾਂਦਲੀ ਦੇ ਨਾਲ ਲਿਆ, ਉਹ ਪ੍ਰਸ਼ਾਂਤ ਭੂਸ਼ਣ ਜੀ ਜਿਹੜੇ ਸੁਪਰੀਮ ਕੋਰਟ ਦੇ ਲਾਇਰ ਹੈ, ਉਹ ਜੇ ਤੁਸੀਂ ਉਹਨਾਂ ਦੀਆਂ ਇੰਟਰਵਿਊਜ਼ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਪੂਰੇ ਇੰਡੀਆ ਦਾ ਪੈਨ ਇੰਡੀਆ 4G ਸਪੈਕਟਰਮ ਦਾ ਲਾਇਸੈਂਸ ਕੱਲੇ ਰਿਲਾਇੰਸ ਕੋਲ ਹੈ। ਵਾਇਸ ਟੈਲੀਫੋਨੀ ਤੇ 4G ਸਪੈਕਟਰਮ ਦਾ ਲਾਇਸੈਂਸ ਰਿਲਾਇੰਸ ਨੂੰ $280 ਮਿਲੀਅਨ ਚ ਦਿੱਤਾ ਗਿਆ। ਉਹਦੇ ਨਾਲ ਇੰਡੀਆ ਨੂੰ $3.8 ਬਿਲੀਅਨ ਦਾ ਨੁਕਸਾਨ ਹੋਇਆ। ਇਹ ਤੁਸੀਂ ਪ੍ਰਸ਼ਾਂਤ ਭੂਸ਼ਣ ਜੀ ਦੇ ਇੰਟਰਵਿਊ 'ਚ ਡਿਟੇਲ 'ਚ ਜਾ ਕੇ ਦੇਖ ਸਕਦੇ ਹੋ। ਰਿਲਾਇੰਸ ਜੀਓ ਤੋਂ ਬਾਅਦ ਵਿੱਚ ਇਹਨਾਂ ਨੇ 2019 ਦੇ ਵਿੱਚ ਰਿਲਾਇੰਸ ਜੀਓ ਪਲੇਟਫਾਰਮ ਲਾਂਚ ਕੀਤਾ। ਰਿਲਾਇੰਸ ਜੀਓ ਪਲੇਟਫਾਰਮ ਦੇ ਵਿੱਚ ਬਹੁਤ ਸਾਰੀਆਂ ਇਹਨਾਂ ਦੀਆਂ ਕੰਪਨੀਆਂ ਹੈ। ਦੋ ਮੇਨ ਕੰਪਨੀ ਜਿਹਨਾਂ ਉੱਤੇ ਡਿਪੈਂਡੈਂਟ ਹੈ ਉਹ ਹੈਗਾ ਰਿਲਾਇੰਸ ਜੀਓ ਇਨਫੋਕਾਮ, ਜਿਹੜਾ ਤੁਹਾਡਾ ਫੋਨ, ਇੰਟਰਨੈਟ, ਡਿਜੀਟਲ ਕਮਿਊਨੀਕੇਸ਼ਨ ਜੋ ਵੀ, ਔਰ ਦੂਜਾ ਹੈ ਰਿਲਾਇੰਸ ਰੀਟੇਲ। ਰਿਲਾਇੰਸ ਰੀਟੇਲ ਨੂੰ ਚਲਾਉਣ ਵਾਸਤੇ ਇਹਨਾਂ ਨੂੰ ਗਰੋਸਰੀ ਚਲਾਉਣੀ ਪਊਗੀ। ਠੀਕ ਹੈ, ਜਿਹੜਾ ਆਪਾਂ ਕਹਿੰਦੇ ਆ ਨਾ ਵੀ ਬਾਹਰਲਿਆਂ ਨੇ ਰਿਲਾਇੰਸ 'ਚ ਬਹੁਤ ਪੈਸੇ ਪਾਤੇ, ਬਾਹਰਲਿਆਂ ਨੇ ਰਿਲਾਇੰਸ 'ਚ ਬਹੁਤ ਪੈਸੇ ਪਾਏ, ਆਇਲ ਵਿੱਚ ਕਿਸੇ ਨੇ ਨਹੀਂ ਪਾਏ। ਆਇਲ ਇਜ਼ ਅ ਡੈਡ ਇੰਡਸਟਰੀ 20 ਤੋਂ 30 ਸਾਲ ਬਾਅਦ। ਬਾਹਰਲਿਆਂ ਨੇ ਜਿਹੜੇ ਪੈਸੇ ਪਾਏ ਆ ਉਹ ਪਾਏ ਆ ਰਿਲਾਇੰਸ ਜੀਓ ਪਲੇਟਫਾਰਮ 'ਚ। 33% ਸਟੇਕ ਰਿਲਾਇੰਸ ਜੀਓ ਪਲੇਟਫਾਰਮ ਦਾ ਇਸ ਵੇਲੇ ਬਾਹਰਲਿਆਂ ਦੇ ਕੋਲ ਹੈ, ਲਗਭਗ $21 ਬਿਲੀਅਨ। ਤੇ ਰਿਲਾਇੰਸ ਜੀਓ ਪਲੇਟਫਾਰਮ ਦੇ ਅੰਦਰ ਆਉਂਦਾ ਰਿਲਾਇੰਸ ਤੁਹਾਡਾ ਫੋਨ ਜੀਓ। ਜੇ ਤੁਸੀਂ ਆਪਣੇ ਜੀਓ ਦੇ ਕਨੈਕਸ਼ਨ ਘਟਾਓਗੇ ਦੈਨ ਯੂ ਸ਼ੇਕ ਦ ਟਰੀ। ਫਿਰ ਇਹਨਾਂ ਬਾਹਰਲਿਆਂ ਨੂੰ ਵੀ ਪਤਾ ਲੱਗੂਗਾ ਵੀ ਜੀਓ ਡਿੱਗਣ ਲੱਗਾ ਜਾਂ ਜੀਓ ਦੇ ਸ਼ੇਅਰਸ ਡਿੱਗਣ ਲੱਗਿਆ। ਠੀਕ ਹੈ, ਇਹਨਾਂ ਨੇ ਆਪਣੀ ਰੀਟੇਲ ਇੰਡਸਟਰੀ ਦੇ ਨੂੰ ਚਲਾਉਣ ਵਾਸਤੇ, ਗਰੋਸਰੀ ਇੰਡਸਟਰੀ ਨੂੰ ਚਲਾਉਣ ਵਾਸਤੇ, ਪੂਰੇ ਇੰਡੀਆ ਦੀ ਜਿਹੜੀ ਜ਼ਮੀਨ, ਪੂਰੇ ਇੰਡੀਆ ਦੀ ਰੋਟੀ ਉੱਤੇ ਕਬਜ਼ਾ ਕਰਨ ਵਾਸਤੇ ਆ ਜਿਹੜੀ ਸਾਜ਼ਿਸ਼ ਰਚੀ ਹੈ ਨਾ ਫਾਰਮ ਬਿਲਸ ਦੇ ਥਰੂ। ਠੀਕ ਹੈ, ਇਹਦੇ ਨਾਲ ਪੂਰਾ ਇੰਡੀਆ ਇਫੈਕਟ ਹੋਊਗਾ 20 ਸਾਲ ਤੋਂ ਬਾਅਦ ਵਿੱਚ। ਇਹ ਗੱਲ ਕੱਲੇ ਕਿਸਾਨਾਂ ਦੀ ਨਹੀਂ ਹੈ। ਜੇ ਤੁਸੀਂ ਕਹੋ ਨਾ ਵੀ ਕਿਸਾਨ ਆ ਜਿਹੜੇ ਗੋਦੀ ਮੀਡੀਆ ਵਾਲੇ ਗੋਲਮੋਲ ਗੱਲ ਕਰਦੇ ਆ, ਬਿਲਕੁਲ ਗੋਲਮੋਲ ਗੱਲਾਂ ਕਰਦੇ ਆ। ਠੀਕ ਹੈ, ਪੂਰਾ ਇੰਡੀਆ ਇਫੈਕਟ ਹੋਊਗਾ। ਮਤਲਬ ਤੁਹਾਨੂੰ ਚੰਗਾ ਨਹੀਂ ਲੱਗੂਗਾ ਵੀ 20 ਸਾਲ ਤੋਂ ਬਾਅਦ ਸਾਰਾ ਹੀ ਇੰਡੀਆ ਰਿਲਾਇੰਸ ਤੇ ਡਿਪੈਂਡ ਹੋਵੇ ਆਪਣੀ ਰੋਟੀ ਵਾਸਤੇ। ਪਹਿਲਾਂ ਕਿਸਾਨਾਂ ਨੂੰ ਇੰਡੈਂਚਰਡ ਲੇਬਰ ਬਣਾਉਣਗੇ, ਫਿਰ ਕਰਿਆਨੇ ਵਾਲਿਆਂ ਤੇ ਆਉਣਗੇ, ਫਿਰ ਹੌਲੀ ਹੌਲੀ ਕਰਕੇ ਇੰਡੀਆ ਦਾ ਏਦਾਂ ਗਰੀਬ ਹੁੰਦਾ ਜਾਊਗਾ, ਇਕਨੋਮੀ ਡਿਕਲਾਈਨ ਹੁੰਦੀ ਜਾਊਗੀ। ਇਸ ਲਈ ਤੁਸੀਂ ਅੱਜ ਆਪਣੇ ਰਿਲਾਇੰਸ ਜੀਓ ਦੇ ਕਨੈਕਸ਼ਨ ਘਟਾਓ ਤਾਂ ਕਿ ਉਹਦੀ ਗੂੰਜ ਬਾਹਰਲੀ ਪੂਰੀ ਦੁਨੀਆ 'ਚ ਪਵੇ। ਜਿਹੜਾ 33% ਸਟੇਕ ਇਹਦਾ ਬਾਹਰਲੇ ਬੰਦਿਆਂ ਕੋਲ ਹੈਗਾ, ਉੱਥੇ ਤੱਕ ਇਹਦੀ ਗੂੰਜ ਪਵੇ। ਠੀਕ ਹੈ, ਇਹ ਗੱਲ ਹਿੰਦੂ ਦੀ, ਮੁਸਲਮਾਨ ਦੀ, ਸਿੱਖ ਦੀ ਜਾਂ ਕ੍ਰਿਸਚਨ ਦੀ ਨਹੀਂ ਹੈ। ਇਹ ਗੱਲ ਪੰਜਾਬੀਆਂ ਦੀ ਨਹੀਂ ਹੈ। ਇਹ ਗੱਲ ਤੁਹਾਡੀ ਸਾਰਿਆਂ ਦੀ ਹੈ, ਤੁਹਾਡੀ ਸਾਰਿਆਂ ਦੀ ਅਗਲੀ ਜਨਰੇਸ਼ਨ ਦੀ ਹੈ। ਮੈਨੂੰ ਸਭ ਸਮਝ ਵਿੱਚ ਆਉਂਦਾ, ਸਾਨੂੰ ਸਭ ਨੂੰ ਪਤਾ ਹੈ ਕੰਪੀਟੀਸ਼ਨ ਹੋਣਾ ਚਾਹੀਦਾ, ਕੈਪੀਟਲਿਜ਼ਮ ਹੋਣਾ ਚਾਹੀਦਾ, ਦੈਟ ਇਜ਼ ਫਾਈਨ। ਪਰ ਜਿਹੜਾ ਬਿਜ਼ਨਸ ਹੈ ਨਾ ਉਹਦੇ ਵਿੱਚ ਕੁਝ ਐਥਿਕਸ ਵੀ ਹੋਣੇ ਚਾਹੀਦੇ ਆ। ਤੁਸੀਂ ਬਿਜ਼ਨਸ ਵਿੱਚ ਇੱਕ ਪੂਰੇ ਦੇਸ਼ ਨੂੰ ਇੰਡੈਂਚਰਡ ਲੇਬਰ ਨਹੀਂ ਬਣਾ ਸਕਦੇ। ਤੁਸੀਂ ਬਿਜ਼ਨਸ 'ਚ ਪੂਰੇ ਦੇਸ਼ ਨੂੰ ਸਲੇਵ ਨਹੀਂ ਬਣਾ ਸਕਦੇ। ਠੀਕ ਹੈ, ਇਸ ਲਈ ਤੋਤੇ ਦੀ ਜਾਨ ਹੈ ਜਿਹੜੀ ਉਹ ਜੀਓ 'ਚ ਹੈ। ਆਪਣੇ ਜੀਓ ਦੇ ਕਨੈਕਸ਼ਨ ਘਟਾਓ, ਸ਼ੇਕ ਦ ਟਰੀ। ਥੈਂਕ ਯੂ।
हेलो एवरीवन, मैं कुछ अपने व्यूज शेयर करना चाहूंगी अबाउट ऑनगोइंग एग्रीकल्चर बिल्स उत्ते जो एजुटेशन चल रहा है इंडिया दे विच। मैं कोई गल नहीं करनी फार्म बिल्स दे उत्ते, ना मैं कोई दसना भी ਇਹਦੇ ਪਿੱਛੇ मुकेश अंबानी या गौतम अदानी है, क्योंकि ਸਾਰਿਆਂ ਨੂੰ ਪਤਾ। ਆਪਾਂ ਗੱਲ ਕਰਨੀ ਹੈ ਮੇਨ ਗੱਲ ਇਹ ਹੈਗੀ ਹੈ ਵੀ ਜਿਵੇਂ ਨਰਿੰਦਰ ਮੋਦੀ ਦੀ ਸਰਕਾਰ ਮੁਕੇਸ਼ ਅੰਬਾਨੀ ਉੱਤੇ ਡਿਪੈਂਡੈਂਟ ਹੈ, ਇਸ ਤਰ੍ਹਾਂ ਮੁਕੇਸ਼ ਅੰਬਾਨੀ ਵੀ ਕਿਸੇ ਉੱਤੇ ਡਿਪੈਂਡੈਂਟ ਹੈ। ਕਿਹਦੇ ਉੱਤੇ ਡਿਪੈਂਡੈਂਟ ਹੈ? ਜਿਹੜੀ ਰਿਲਾਇੰਸ ਹੈ ਨਾ, ਉਹ ਇੰਡੀਆ ਦੀ ਸਭ ਤੋਂ ਵੱਡੀ ਇੰਡਸਟਰੀ ਹੈ। $160 ਬਿਲੀਅਨ ਦੇ ਉਹਨਾਂ ਦੇ ਨੈਟ ਐਸੈਟਸ ਹੈ। ਠੀਕ ਹੈ, ਉਹਨਾਂ ਦਾ ਜੋ ਮੇਨ ਕੰਮ ਹੈਗਾ ਉਹ ਹੈਗਾ ਪੈਟਰੋਕੈਮੀਕਲ ਇੰਡਸਟਰੀ ਬੇਸਡ, ਆਇਲ ਬੇਸਡ, ਪੈਟਰੋਲ ਪੰਪ ਵਗੈਰਾ ਉਹਨਾਂ ਦੇ ਚੱਲਦੇ ਆ। ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦਾ ਆਇਲ ਬੇਸਡ ਰੈਵਨਿਊ ਘਟਦਾ ਜਾ ਰਿਹਾ। ਔਰ ਜੇ ਤੁਸੀਂ ਨਿਊਜ਼ ਵਗੈਰਾ ਸੁਣਦੇ ਹੋ ਤਾਂ ਤੁਹਾਨੂੰ ਪਤਾ ਹੋਗਾ ਵੀ ਸਾਰੀ ਦੁਨੀਆ ਦਾ ਜਿਹੜਾ ਫੋਕਸ ਹੈਗਾ ਇਸ ਵੇਲੇ ਉਹ ਹੈਗਾ ਗ੍ਰੀਨ એનર્ਜੀ ਵੱਲ। ਸਾਰੇ ਕਹਿੰਦੇ ਵੀ ਜਿਹੜੀ ਆਪਾਂ ਆਇਲ ਬੇਸਡ ਇੰਡਸਟਰੀ ਉਹਨੂੰ ਖਤਮ ਕਰਨਾ, ਕਿਉਂਕਿ ਜਦੋਂ ਆਪਾਂ ਤੇਲ ਬਾਲਦੇ ਆ, ਤੇਲ ਮੱਚਦਾ ਹੈ ਤਾਂ ਧਰਤੀ ਗਰਮ ਹੁੰਦੀ ਜਾਂਦੀ ਹੈ ਤੇ ਉਹਦੇ ਨਾਲ ਆਪਣੀ ਧਰਤੀ ਤਾਪਮਾਨ ਵੱਧਦਾ ਜਾਂਦਾ, ਗਲੋਬਲ ਵਾਰਮਿੰਗ ਹੁੰਦੀ ਹੈ, ਪ੍ਰਦੂਸ਼ਣ ਨਾਲ ਤਾਪਮਾਨ ਵੱਧਦਾ ਹੈ। ਇਸ ਲਈ ਸਾਰੇ ਦੇਸ਼ਾਂ ਨੇ ਫੋਕਸ ਕੀਤਾ ਹੋਇਆ ਵੀ ਆਪਾਂ ਆਇਲ ਬੇਸਡ ਇੰਡਸਟਰੀ ਖਤਮ ਕਰਨੀ ਹੈ। ਇਸੇ ਸੰਦਰਭ ਦੇ ਵਿੱਚ ਪੈਰਿਸ ਵਿੱਚ 196 ਦੇਸ਼ਾਂ ਨੇ ਮਿਲ ਕੇ ਇੱਕ ਐਗਰੀਮੈਂਟ ਸਾਈਨ ਕੀਤਾ ਕਿ ਆਪਾਂ ਅਗਲੇ 20 ਤੋਂ 30 ਸਾਲ ਦੇ ਵਿੱਚ ਆਇਲ ਬੇਸਡ ਇੰਡਸਟਰੀ ਖਤਮ ਕਰਨੀ ਹੈ। ਹੁਣ ਜੇ ਆਇਲ ਬੇਸਡ ਇੰਡਸਟਰੀ ਖਤਮ ਹੁੰਦੀ ਹੈ ਤਾਂ ਰਿਲਾਇੰਸ ਕੋਲ ਕੁਝ ਬਚਦਾ ਨਹੀਂ ਅੱਜ ਤੋਂ 20 ਸਾਲ ਬਾਅਦ। ਠੀਕ ਹੈ, ਇਹਨਾਂ ਨੇ ਕੀ ਕੀਤਾ? ਉਹਦਾ ਇੰਤਜ਼ਾਮ ਪਹਿਲਾਂ ਹੀ ਕੀਤਾ। ਪਹਿਲਾਂ ਇਹਨਾਂ ਨੇ ਰਿਲਾਇੰਸ ਜੀਓ ਲਾਂਚ ਕੀਤਾ। ਉਹਦਾ ਲਾਇਸੈਂਸ ਇਹਨਾਂ ਨੇ ਕਿੱਦਾਂ ਧਾਂਦਲੀ ਦੇ ਨਾਲ ਲਿਆ, ਉਹ ਪ੍ਰਸ਼ਾਂਤ ਭੂਸ਼ਣ ਜੀ ਜਿਹੜੇ ਸੁਪਰੀਮ ਕੋਰਟ ਦੇ ਲਾਇਰ ਹੈ, ਉਹ ਜੇ ਤੁਸੀਂ ਉਹਨਾਂ ਦੀਆਂ ਇੰਟਰਵਿਊਜ਼ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਪੂਰੇ ਇੰਡੀਆ ਦਾ ਪੈਨ ਇੰਡੀਆ 4G ਸਪੈਕਟਰਮ ਦਾ ਲਾਇਸੈਂਸ ਕੱਲੇ ਰਿਲਾਇੰਸ ਕੋਲ ਹੈ। ਵਾਇਸ ਟੈਲੀਫੋਨੀ ਤੇ 4G ਸਪੈਕਟਰਮ ਦਾ ਲਾਇਸੈਂਸ ਰਿਲਾਇੰਸ ਨੂੰ $280 ਮਿਲੀਅਨ ਚ ਦਿੱਤਾ ਗਿਆ। ਉਹਦੇ ਨਾਲ ਇੰਡੀਆ ਨੂੰ $3.8 ਬਿਲੀਅਨ ਦਾ ਨੁਕਸਾਨ ਹੋਇਆ। ਇਹ ਤੁਸੀਂ ਪ੍ਰਸ਼ਾਂਤ ਭੂਸ਼ਣ ਜੀ ਦੇ ਇੰਟਰਵਿਊ 'ਚ ਡਿਟੇਲ 'ਚ ਜਾ ਕੇ ਦੇਖ ਸਕਦੇ ਹੋ। ਰਿਲਾਇੰਸ ਜੀਓ ਤੋਂ ਬਾਅਦ ਵਿੱਚ ਇਹਨਾਂ ਨੇ 2019 ਦੇ ਵਿੱਚ ਰਿਲਾਇੰਸ ਜੀਓ ਪਲੇਟਫਾਰਮ ਲਾਂਚ ਕੀਤਾ। ਰਿਲਾਇੰਸ ਜੀਓ ਪਲੇਟਫਾਰਮ ਦੇ ਵਿੱਚ ਬਹੁਤ ਸਾਰੀਆਂ ਇਹਨਾਂ ਦੀਆਂ ਕੰਪਨੀਆਂ ਹੈ। ਦੋ ਮੇਨ ਕੰਪਨੀ ਜਿਹਨਾਂ ਉੱਤੇ ਡਿਪੈਂਡੈਂਟ ਹੈ ਉਹ ਹੈਗਾ ਰਿਲਾਇੰਸ ਜੀਓ ਇਨਫੋਕਾਮ, ਜਿਹੜਾ ਤੁਹਾਡਾ ਫੋਨ, ਇੰਟਰਨੈਟ, ਡਿਜੀਟਲ ਕਮਿਊਨੀਕੇਸ਼ਨ ਜੋ ਵੀ, ਔਰ ਦੂਜਾ ਹੈ ਰਿਲਾਇੰਸ ਰੀਟੇਲ। ਰਿਲਾਇੰਸ ਰੀਟੇਲ ਨੂੰ ਚਲਾਉਣ ਵਾਸਤੇ ਇਹਨਾਂ ਨੂੰ ਗਰੋਸਰੀ ਚਲਾਉਣੀ ਪਊਗੀ। ਠੀਕ ਹੈ, ਜਿਹੜਾ ਆਪਾਂ ਕਹਿੰਦੇ ਆ ਨਾ ਵੀ ਬਾਹਰਲਿਆਂ ਨੇ ਰਿਲਾਇੰਸ 'ਚ ਬਹੁਤ ਪੈਸੇ ਪਾਤੇ, ਬਾਹਰਲਿਆਂ ਨੇ ਰਿਲਾਇੰਸ 'ਚ ਬਹੁਤ ਪੈਸੇ ਪਾਏ, ਆਇਲ ਵਿੱਚ ਕਿਸੇ ਨੇ ਨਹੀਂ ਪਾਏ। ਆਇਲ ਇਜ਼ ਅ ਡੈਡ ਇੰਡਸਟਰੀ 20 ਤੋਂ 30 ਸਾਲ ਬਾਅਦ। ਬਾਹਰਲਿਆਂ ਨੇ ਜਿਹੜੇ ਪੈਸੇ ਪਾਏ ਆ ਉਹ ਪਾਏ ਆ ਰਿਲਾਇੰਸ ਜੀਓ ਪਲੇਟਫਾਰਮ 'ਚ। 33% ਸਟੇਕ ਰਿਲਾਇੰਸ ਜੀਓ ਪਲੇਟਫਾਰਮ ਦਾ ਇਸ ਵੇਲੇ ਬਾਹਰਲਿਆਂ ਦੇ ਕੋਲ ਹੈ, ਲਗਭਗ $21 ਬਿਲੀਅਨ। ਤੇ ਰਿਲਾਇੰਸ ਜੀਓ ਪਲੇਟਫਾਰਮ ਦੇ ਅੰਦਰ ਆਉਂਦਾ ਰਿਲਾਇੰਸ ਤੁਹਾਡਾ ਫੋਨ ਜੀਓ। ਜੇ ਤੁਸੀਂ ਆਪਣੇ ਜੀਓ ਦੇ ਕਨੈਕਸ਼ਨ ਘਟਾਓਗੇ ਦੈਨ ਯੂ ਸ਼ੇਕ ਦ ਟਰੀ। ਫਿਰ ਇਹਨਾਂ ਬਾਹਰਲਿਆਂ ਨੂੰ ਵੀ ਪਤਾ ਲੱਗੂਗਾ ਵੀ ਜੀਓ ਡਿੱਗਣ ਲੱਗਾ ਜਾਂ ਜੀਓ ਦੇ ਸ਼ੇਅਰਸ ਡਿੱਗਣ ਲੱਗੇ ਆ। ਠੀਕ ਹੈ, ਇਹਨਾਂ ਨੇ ਆਪਣੀ ਰੀਟੇਲ ਇੰਡਸਟਰੀ ਦੇ ਨੂੰ ਚਲਾਉਣ ਵਾਸਤੇ, ਗਰੋਸਰੀ ਇੰਡਸਟਰੀ ਨੂੰ ਚਲਾਉਣ ਵਾਸਤੇ, ਪੂਰੇ ਇੰਡੀਆ ਦੀ ਜਿਹੜੀ ਜ਼ਮੀਨ, ਪੂਰੇ ਇੰਡੀਆ ਦੀ ਰੋਟੀ ਉੱਤੇ ਕਬਜ਼ਾ ਕਰਨ ਵਾਸਤੇ ਆ ਜਿਹੜੀ ਸਾਜ਼ਿਸ਼ ਰਚੀ ਹੈ ਨਾ ਫਾਰਮ ਬਿਲਸ ਦੇ ਥਰੂ। ਠੀਕ ਹੈ, ਇਹਦੇ ਨਾਲ ਪੂਰਾ ਇੰਡੀਆ ਇਫੈਕਟ ਹੋਊਗਾ 20 ਸਾਲ ਤੋਂ ਬਾਅਦ ਵਿੱਚ। ਇਹ ਗੱਲ ਕੱਲੇ ਕਿਸਾਨਾਂ ਦੀ ਨਹੀਂ ਹੈ। ਜੇ ਤੁਸੀਂ ਕਹੋ ਨਾ ਵੀ ਕਿਸਾਨ ਆ ਜਿਹੜੇ ਗੋਦੀ ਮੀਡੀਆ ਵਾਲੇ ਗੋਲਮੋਲ ਗੱਲ ਕਰਦੇ ਆ, ਬਿਲਕੁਲ ਗੋਲਮੋਲ ਗੱਲਾਂ ਕਰਦੇ ਆ। ਠੀਕ ਹੈ, ਪੂਰਾ ਇੰਡੀਆ ਇਫੈਕਟ ਹੋਊਗਾ। ਮਤਲਬ ਤੁਹਾਨੂੰ ਚੰਗਾ ਨਹੀਂ ਲੱਗੂਗਾ ਵੀ 20 ਸਾਲ ਤੋਂ ਬਾਅਦ ਸਾਰਾ ਹੀ ਇੰਡੀਆ ਰਿਲਾਇੰਸ ਤੇ ਡਿਪੈਂਡ ਹੋਵੇ ਆਪਣੀ ਰੋਟੀ ਵਾਸਤੇ। ਪਹਿਲਾਂ ਕਿਸਾਨਾਂ ਨੂੰ ਇੰਡੈਂਚਰ ਲੇਬਰ ਬਣਾਉਣਗੇ, ਫਿਰ ਕਰਿਆਨੇ ਵਾਲਿਆਂ ਤੇ ਆਉਣਗੇ, ਫਿਰ ਹੌਲੀ ਹੌਲੀ ਕਰਕੇ ਇੰਡੀਆ ਦਾ ਏਦਾਂ ਗਰੀਬ ਹੁੰਦਾ ਜਾਊਗਾ, ਇਕਨੋਮੀ ਡਿਕਲਾਈਨ ਹੁੰਦੀ ਜਾਊਗੀ। ਇਸ ਲਈ ਤੁਸੀਂ ਅੱਜ ਆਪਣੇ ਰਿਲਾਇੰਸ ਜੀਓ ਦੇ ਕਨੈਕਸ਼ਨ ਘਟਾਓ ਤਾਂ ਕਿ ਉਹਦੀ ਗੂੰਜ ਬਾਹਰਲੀ ਪੂਰੀ ਦੁਨੀਆ 'ਚ ਪਵੇ। ਜਿਹੜਾ 33% ਸਟੇਕ ਇਹਦਾ ਬਾਹਰਲੇ ਬੰਦਿਆਂ ਕੋਲ ਹੈਗਾ, ਉੱਥੇ ਤੱਕ ਇਹਦੀ ਗੂੰਜ ਪਵੇ। ਠੀਕ ਹੈ, ਇਹ ਗੱਲ ਹਿੰਦੂ ਦੀ, ਮੁਸਲਮਾਨ ਦੀ, ਸਿੱਖ ਦੀ ਜਾਂ ਕ੍ਰਿਸਚਨ ਦੀ ਨਹੀਂ ਹੈ। ਇਹ ਗੱਲ ਪੰਜਾਬੀਆਂ ਦੀ ਨਹੀਂ ਹੈ। ਇਹ ਗੱਲ ਤੁਹਾਡੀ ਸਾਰਿਆਂ ਦੀ ਹੈ, ਤੁਹਾਡੀ ਸਾਰਿਆਂ ਦੀ ਅਗਲੀ ਜਨਰੇਸ਼ਨ ਦੀ ਹੈ। ਮੈਨੂੰ ਸਭ ਸਮਝ ਵਿੱਚ ਆਉਂਦਾ, ਸਾਨੂੰ ਸਭ ਨੂੰ ਪਤਾ ਹੈ ਕੰਪੀਟੀਸ਼ਨ ਹੋਣਾ ਚਾਹੀਦਾ, ਕੈਪੀਟਲਿਜ਼ਮ ਹੋਣਾ ਚਾਹੀਦਾ, ਦੈਟ ਇਜ਼ ਫਾਈਨ। ਪਰ ਜਿਹੜਾ ਬਿਜ਼ਨਸ ਹੈ ਨਾ ਉਹਦੇ ਵਿੱਚ ਕੁਝ ਐਥਿਕਸ ਵੀ ਹੋਣੇ ਚਾਹੀਦੇ ਆ। ਤੁਸੀਂ ਬਿਜ਼ਨਸ ਵਿੱਚ ਇੱਕ ਪੂਰੇ ਦੇਸ਼ ਨੂੰ ਇੰਡੈਂਚਰਡ ਲੇਬਰ ਨਹੀਂ ਬਣਾ ਸਕਦੇ। ਤੁਸੀਂ ਬਿਜ਼ਨਸ 'ਚ ਪੂਰੇ ਦੇਸ਼ ਨੂੰ ਸਲੇਵ ਨਹੀਂ ਬਣਾ ਸਕਦੇ। ਠੀਕ ਹੈ, ਇਸ ਲਈ ਤੋਤੇ ਦੀ ਜਾਨ ਹੈ ਜਿਹੜੀ ਉਹ ਜੀਓ 'ਚ ਹੈ। ਆਪਣੇ ਜੀਓ ਦੇ ਕਨੈਕਸ਼ਨ ਘਟਾਓ, ਸ਼ੇਕ ਦ ਟਰੀ। ਥੈਂਕ ਯੂ।